Hello students, today our topic is deadlock characteristics. ਕੱਲ ਅਸੀਂ ਕੱਲ ਜੋ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ deadlock ਬਾਰੇ ਡਿਸਕਸ ਕੀਤਾ ਸੀ ਕਿ what is deadlock ਤੇ deadlock ਕਿੱਥੇ occur ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਆ ਤਾਂ deadlock ਜੋ ਮੇਨ ਹੈ ਤਾਂ ਉਸ ਸੋਰਸਸ ਦੇ ਨਾਲ ਹੀ ਰਿਲੇਟਡ ਆ ਕਿ ਜੋ ਰਿਸੋਰਸਸ ਹੁੰਦੇ ਨੇ ਜੋ CPUs ਨੂੰ ਪ੍ਰੋਸੈਸਰਸ ਦਿੱਤੇ ਜਾਂਦੀਆਂ ਨੇ ਜੇ ਉਹ ਰਿਸੋਰਸਸ ਉਹਨਾਂ ਨੂੰ ਟਾਈਮ ਦੇ ਉੱਪਰ ਐਲੋਕੇਟ ਨਹੀਂ ਹੋ ਪਾਉਂਦੇ ਹੈਗੇ ਤਾਂ ਉੱਥੇ ਡੈਡਲੌਕ ਕੰਡੀਸ਼ਨਸ ਅਕਰ ਹੁੰਦੀ ਆ ਤਾਂ ਅੱਗੇ ਹੋਰ ਵੀ ਦੇਖਦੇ ਆ ਕਿ ਇਹਦੇ ਵਿੱਚ ਡੈਡਲੌਕ ਦੀਆਂ ਹੋਰ ਕਿਹੜੀ ਕੰਡੀਸ਼ਨਸ ਨੇ ਜਿਹੜੀਆਂ ਮੇਨ ਇਫੈਕਟ ਕਰਦੀਆਂ ਨੇ ਡੈਡਲੌਕ ਨੂੰ ਮਤਲਬ ਕ੍ਰੀਏਟ ਹੋਣ ਦੇ ਲਈ ਰਿਸਪੌਂਸੀਬਲ ਨੇ ਸੋ ਕਰੈਕਟਰਿਸਟਿਕਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੰਡੀਸ਼ਨਸ ਕਰਦੇ ਹਾਂ ਫॉर ਡੈਡਲੌਕ ਕਿਹੜੀਆਂ ਮੇਨ ਕੰਡੀਸ਼ਨਸ ਨੇ ਜਿਹਦੇ ਵਿੱਚ ਡੈਡਲੌਕ ਆ ਸਕਦਾ ਗਾ ਐਂਡ ਇਹਦੇ ਵਿੱਚ ਕੌਫਮੈਨ ਐਲਫਿਕ ਐਂਡ ਜੋ ਸੋਸ਼ਲੀ ਸਟੇਟਡ 3 ਇਹ ਰਾਈਟਰਸ ਨੇ ਜਿਹੜੇ ਕਿ ਕਹਿ ਰਹੇ ਆ ਕਿ ਸਟੇਟਡ ਦ 4 ਨੈਸੈਸਰੀ ਕੰਡੀਸ਼ਨ ਫॉर ਡੈਡਲੌਕ ਟੂ ਐਗਜ਼ਿਸਟ ਹੋ ਸਕਣ ਦੇ ਡੈਡਲੌਕ ਕ੍ਰੀਏਟ ਹੋਣ ਦੇ ਐਗਜ਼ਿਸਟ ਹੋਣ ਦੇ 4 ਰੀਜ਼ਨਸ ਨੇ 4 ਕੰਡੀਸ਼ਨਸ ਨੇ ਫਰਸਟ ਹੈਗੀ ਹੈ ਜੀ ਮਿਊਚੁਅਲ ਐਕਸਕਲੂਜ਼ਨ ਕੀ ਹੁੰਦਾ ਮੀਨਸ ਕੀ ਇਹਦਾ mutual exclusion means that a resource can be used by only one process at a time ਇਹਦਾ ਮਤਲਬ ਇਹੀ ਹੈ ਕਿ ਰਿਸੋਰਸ ਸਿਰਫ ਇੱਕ ਟਾਈਮ ਦੇ ਉੱਪਰ ਇੱਕ ਪ੍ਰੋਸੈਸ ਦੁਆਰਾ ਹੀ ਯੂਜ਼ ਕੀਤੀ ਜਾਵੇ ਫॉर example if process P1 locks the resource R in exclusive mode no other process can acquire this resource R ਕਹਿਣ ਦਾ ਭਾਵ ਕਿ ਜੇ ਫॉर example ਕੀ ਆ ਕਿ ਜਿਵੇਂ ਮੇਰੇ ਕੋਲ P1 ਨਾਮ ਦੀ ਕੋਈ ਪ੍ਰੋਸੈਸ ਆ ਉਹਨੇ ਕੀ ਆ ਆਰ ਰਿਸੋਰਸ ਆ ਉਹਨੂੰ ਲੌਕ ਕੀਤਾ ਹੈ ਮਤਲਬ ਉਹ ਯੂਜ਼ ਕਰ ਰਹੀ ਹੈ ਐਕਸਕਲੂਸਿਵ ਮੋਡ ਦੇ ਵਿੱਚ ਤਾਂ ਉੱਥੇ ਇਹ ਹੋਵੇ ਕਿ ਉਹ ਨੋ ਅਦਰ ਪ੍ਰੋਸੈਸ ਕੋਈ ਹੋਰ ਪ੍ਰੋਸੈਸ ਉਹਨੂੰ ਆ ਕੇ acquire ਨਾ ਕਰ ਸਕੇ ਯੂਜ਼ ਨਾ ਕਰ ਸਕੇ ਰਿਸੋਰਸ ਆਰ ਨੂੰ ਇਫ ਅਨਦਰ ਪ੍ਰੋਸੈਸ ਰਿਕੁਐਸਟ ਜੇ ਕੋਈ ਪ੍ਰੋਸੈਸ ਰਿਕੁਐਸਟ ਕਰਦੀ ਵੀ ਹੈ ਇਸ ਲਈ this resource ਲਈ the requesting process must be delayed until the resource has been released ਜਿਹੜੀ ਰਿਕੁਐਸਟ ਕਰਨ ਵਾਲੀ ਪ੍ਰੋਸੈਸ ਨੂੰ ਡਿਲੇ ਕੀਤਾ ਜਾਣਾ ਚਾਹੀਦਾ ਗਾ ਉਹਨੂੰ ਵੇਟ ਕਰਵਾਉਣਾ ਚਾਹੀਦਾ ਗਾ ਤਾਂ ਜੋ ਇਹ ਰਿਸੋਰਸ ਜਿੰਨਾ ਟਾਈਮ ਰਿਲੀਜ਼ ਨਹੀਂ ਹੁੰਦੀ ਹੈਗੀ ਉਸ ਪ੍ਰੋਸੈਸ ਤੋਂ P1 ਪ੍ਰੋਸੈਸ ਨੂੰ ਮਤਲਬ ਰਿਲੀਜ਼ ਨਾ ਕਰਦੀ ਨੈਕਸਟ ਹੈਗਾ ਜੀ ਹੋਲਡ ਐਂਡ ਵੇਟ ਦੇ ਵਿੱਚ ਵੀ ਕੰਡੀਸ਼ਨ ਆਉਂਦੀ ਆ the processes involved in deadlock processes ਉਹ ਡੈਡਲੌਕ ਦੇ ਵਿੱਚ ਆ ਜਾਂਦੀਆਂ ਨੇ acquire at least one resource and wait for at least another resource ਜਦੋਂ ਇੱਕ ਤਾਂ ਉਹਨਾਂ ਨੇ ਇਹ ਸੋਰਸ acquire ਕੀਤਾ ਹੁੰਦਾ ਇੱਕ ਲਈ ਉਹ ਵੇਟ ਕਰ ਰਹੀਆਂ ਹੁੰਦੀਆਂ ਨੇ ਤਾਂ that has been acquired by another process ਜਿਹਦੇ ਲਈ ਵੇਟ ਕਰ ਰਹੀਆਂ ਹੁੰਦੀਆਂ ਉਹ ਅੱਗੇ ਫਿਰ ਕਿਸੇ ਪ੍ਰੋਸੈਸ ਨੇ acquire ਕੀਤਾ ਹੁੰਦਾ acquire ਮਤਲਬ ਕਿ ਯੂਜ਼ ਕਰ ਰਹੀ ਹੁੰਦੀ ਹੈ ਤਾਂ ਉੱਥੇ ਹੋਲਡ ਐਂਡ ਵੇਟ ਦੇ ਵਿੱਚ ਡੈਡਲੌਕ ਕੰਡੀਸ਼ਨ ਆਉਂਦੀ ਹੀ ਆਉਂਦੀ ਹੈ ਥਰਡ ਹੈ ਕੰਡੀਸ਼ਨ no preemption ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਰਿਸੋਰਸ ਇੱਕ ਵਾਰੀ ਜਿਹੜੀ ਪ੍ਰੋਸੈਸ ਨੂੰ ਐਲੋਕੇਟ ਕਰਤੀ ਉਹ ਤੋਂ ਵਾਪਸ ਨਾ ਲਈ ਜਾ ਸਕੇ ਇੱਕ ਵਾਰੀ ਐਲੋਕੇਟ ਹੋ ਗਈ ਜਿੰਨਾ ਟਾਈਮ ਉਹਦਾ ਖਤਮ ਨਹੀਂ ਹੁੰਦਾ ਹੈਗਾ ਟਾਸਕ ਉਹਨਾਂ ਟਾਈਮ ਉਹ ਸੋਰਸ ਨੂੰ ਹੋਲਡ ਕਰਕੇ ਰੱਖੇ ਤਾਂ ਪ੍ਰੀਐਮਪਸ਼ਨ ਮਤਲਬ ਉਹ ਵਾਪਸ ਰਿਟਰਨ ਨਹੀਂ ਕਰਦੀ ਹੈਗੀ ਜਾਂ ਤਾਂ ਉਦੋਂ ਕੀ ਹੁੰਦਾ ਨੋ ਪ੍ਰੀਐਮਪਸ਼ਨ ਦੀ ਕੰਡੀਸ਼ਨ ਹੁੰਦੀ ਹੈ ਇਹ ਜਿਹਦੇ ਵਿੱਚ ਡੈਡਲੌਕ ਆਉਂਦੀ ਆ ਰਿਸੋਰਸਿਸ ਹੈਲਡ ਬਾਈ ਪ੍ਰੋਸੈਸ ਕੈਨ ਨਾਟ ਬੀ ਪ੍ਰੀਐਮਪਟਡ ਜਿਹੜੇ ਰਿਸੋਰਸਿਸ ਪ੍ਰੋਸੈਸ ਦੁਆਰਾ ਹੋਲਡ ਕਰ ਲਏ ਜਾਂਦੇ ਆ ਉਹਨਾਂ ਨੂੰ ਅਸੀਂ ਪ੍ਰੀਐਮਪਟਡ ਜਦੋਂ ਉਹ ਪ੍ਰੀਐਮਪਟਡ ਨਹੀਂ ਹੁੰਦੇ ਮਤਲਬ ਉਹਨਾਂ ਨੂੰ ਰਿਲੀਜ਼ ਨਹੀਂ ਕਰਦੀ ਹੈਗੀ ਉਹਨਾਂ ਜਿੰਨਾ ਟਾਈਮ ਉਹਦਾ ਟਾਸਕ ਕੰਪਲੀਟ ਨਹੀਂ ਹੋ ਜਾਂਦਾ ਪ੍ਰੋਸੈਸ ਦਾ ਇਹ ਰਿਸੋਰਸ ਕੈਨ ਬੀ ਰਿਲੀਜ਼ਡ ਓਨਲੀ ਵਲੰਟਰਲੀ ਵਾਈ process holding it after that process has completed its task ਤਾਂ ਮਤਲਬ ਜਿਹੜੀ ਕਿ ਸੋਰਸ ਆ ਉਹਨੂੰ ਰਿਲੀਜ਼ ਕਰਨਾ ਚਾਹੀਦਾ ਟਾਈਮ ਟੂ ਟਾਈਮ ਤਾਂ ਜੋ ਮਤਲਬ ਕਿ ਪ੍ਰੋਸੈਸ ਦਾ ਟਾਸਕ ਜਿਹੜੀਆਂ ਜਿਨ੍ਹਾਂ ਨੂੰ ਉਹਨੂੰ ਚਾਹੀਦਾ by the process holding it after that process has completed its task ਜਦੋਂ ਉਸ ਪ੍ਰੋਸੈਸ ਦਾ ਟਾਸਕ ਕੰਪਲੀਟ ਹੋ ਜਾਂਦਾ ਤਾਂ ਉਹਨੂੰ ਰਿਲੀਜ਼ ਕਰ ਦਿਓ ਕਈ ਵਾਰ ਕੀ ਹੁੰਦਾ ਟਾਸਕ ਕੰਪਲੀਟ ਹੋਣ ਤੋਂ ਬਾਅਦ ਵੀ ਉਹਨੂੰ ਰਿਲੀਜ਼ ਨਹੀਂ ਕਰਦੀ ਉਹਦੇ ਵਿੱਚ ਪ੍ਰੀਐਮਪਸ਼ਨ ਦੀ ਕੰਡੀਸ਼ਨ ਹੁੰਦੀ ਆ ਨੋ ਪ੍ਰੀਐਮਪਟਡ ਹੁੰਦਾ ਅੱਗੇ ਹੈ ਸਰਕੂਲਰ ਵੇਟ ਦੇ ਵਿੱਚ ਕੀ ਹੁੰਦਾ ਸਰਕੂਲੇਸ਼ਨ ਦੇ ਵਿੱਚ ਹੁੰਦੀ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਇਹ ਸਰਕੂਲਰ ਚੇਨ ਬਣ ਜਾਂਦੀ ਹੈ ਜਿਹਦੇ ਵਿੱਚ ਸਰਕੂਲਰ ਰਿਲੇਸ਼ਨਸ਼ਿਪ ਐਗਜ਼ਿਸਟ ਹੁੰਦਾ among the process involved in deadlock ਉਹ ਪ੍ਰੋਸੈਸ ਵਿੱਚ ਜਿਹੜੀਆਂ ਕਿ ਡੈਡਲੌਕ ਦੇ ਵਿੱਚ ਆ ਜਾਂਦੀਆਂ ਨੇ in such a chain each process wait for a resource that is held by next process in the chain ਇਹਦੇ ਵਿੱਚ ਹਰੇਕ ਪ੍ਰੋਸੈਸ ਇਹ ਜਿਹੇ ਰਿਸੋਰਸ ਲਈ ਵੇਟ ਕਰ ਰਹੀ ਹੁੰਦੀ ਜਿਹੜਾ ਰਿਸੋਰਸ ਅੱਗੇ ਕਿਸੇ ਹੋਰ ਪ੍ਰੋਸੈਸ ਨਹੀਂ ਹੈਲਡ ਕੀਤਾ ਹੁੰਦਾ ਚੇਨ ਦੇ ਵਿੱਚ ਹੀ ਘੁੰਮੀ ਜਾਂਦੀ ਹੈ ਸਾਰੀਆਂ ਪ੍ਰੋਸੈਸਸ ਚੇਨ ਦੇ ਵਿੱਚ ਐਗਜ਼ਿਸਟ ਹੁੰਦੀਆਂ ਜਿਹਦੇ ਕਰਕੇ ਡੈਡਲੌਕ
ਆ ਜਾਂਦਾ ਗਾ। ਫੋਰ ਐਗਜ਼ਾਮਪਲ ਦੇयर ਆਰ 3 ਪ੍ਰੋਸੈਸਸ ਆ, ਜਿਵੇਂ P1 P2 ਐਂਡ P3 3 ਪ੍ਰੋਸੈਸਸ ਨੇ। P1 ਕਰ ਰਹੀ ਹੈ ਵੇਟ ਫॉर ਏ ਸੋਰਸ, ਇਹ ਜੇ ਸੋਰਸ ਲਈ ਵੇਟ ਕਰ ਰਹੀ ਹੈ ਵਿਚ ਇਜ਼ ਹੈਲਡ ਬਾਈ ਪ੍ਰੋਸੈਸ P2, ਜਿਹਨੇ ਜਿਹੜੀ ਕਿ P2 ਯੂਜ਼ ਕਰ ਰਹੀ ਆ। P2 ਨੇ ਇੱਕ ਤਾਂ ਹੈਲਡ ਕੀਤੀ ਹੈ ਪ੍ਰੋਸੈਸ, ਇੱਕ ਲਈ ਉਹ ਫਿਰ ਵੇਟ ਕਰੀ ਜਾਂਦੀ ਹੈ, ਇੱਕ ਰਿਸੋਰਸ ਲਈ ਉਹ ਵੇਟ ਕਰੀ ਜਾਂਦੀ ਆ। ਜਿਹੜਾ ਰਿਸੋਰਸ P3 ਨੇ ਹੈਲਡ ਕੀਤਾ ਹੈਗਾ, ਰੱਖਿਆ ਹੈ, ਮਤਲਬ ਯੂਜ਼ ਕਰ ਰਿਹਾ। ਹੁਣ P3 ਆ ਉਹ ਵੇਟ ਕਰ ਰਹੀ ਹੈ ਇਹ ਰਿਸੋਰਸ ਲਈ, ਜਿਹੜੀ ਅੱਗੇ ਕਿਸੇ ਉਹਨੇ ਜਿਹੜੀ ਅੱਗੇ ਫਿਰ P1 ਨੇ ਕੀਤੀ ਹੋਈ ਆ, ਤਾਂ ਇੱਕ ਸਰਕਲ ਬਣ ਜਾਂਦਾ, ਠੀਕ ਹੈ, ਇੱਕ ਚੇਨ ਬਣ ਜਾਂਦੀ ਹੈ ਜਿਹਦੇ ਨਾਲ ਡੈਡਲੌਕ ਆਉਂਦੀ ਆਉਂਦਾ। ਜਦੋਂ ਪ੍ਰੋਸੈਸਸ ਕੁਛ ਰਿਸੋਰਸਿਸ ਹੈਲਡ ਕਰ ਰੱਖਦੀਆਂ ਨੇ ਤੇ ਕੁਛ ਲਈ ਵੇਟ ਕਰਦੀਆਂ ਰਹਿੰਦੀਆਂ ਨੇ, ਉਹ ਰਿਸੋਰਸਿਸ ਅੱਗੇ ਕਿਸੇ ਨੇ ਹੋਰ ਹੈਲਡ ਕੀਤੇ ਹੁੰਦੇ ਤਾਂ ਉੱਥੇ ਡੈਡਲੌਕ ਦੀ ਕੰਡੀਸ਼ਨ ਡੈਫੀਨੇਟਲੀ ਆਉਂਦੀ ਆ। ਅੱਗੇ ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਥਰੂ ਆਪਾਂ ਸਮਝਦੇ ਹਾਂ ਕਿ ਡੈਡਲੌਕ ਕਿੱਦਾਂ ਅਕਰ ਹੁੰਦਾ। ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਵਿੱਚ ਕੀ ਦਿਖਾ ਰਿਹਾ ਹੈਗਾ, ਗ੍ਰਾਫ ਇਜ਼ ਦ ਕਲੈਕਸ਼ਨ ਆਫ ਪੁਆਇੰਟਸ ਲਾਈਨਸ ਕਨੈਕਟਿੰਗ ਦਾ ਪੁਆਇੰਟਸ। ਗ੍ਰਾਫ ਦੇ ਵਿੱਚ ਅਸੀਂ ਕਲੀਅਰਲੀ ਮਤਲਬ ਡਿਫਾਈਨ ਕਰ ਸਕਦੇ ਹਾਂ ਉਸ ਕੰਡੀਸ਼ਨ ਨੂੰ ਜਿਹਦੇ ਵਿੱਚ ਕੀ ਹੁੰਦਾ, ਗ੍ਰਾਫ 'ਚ ਕਲੈਕਸ਼ਨ ਆਫ ਪੁਆਇੰਟਸ ਹੁੰਦੇ, ਅਲੱਗ-ਅਲੱਗ ਪੁਆਇੰਟ ਲੱਗੇ ਹੁੰਦੇ ਆ ਜਿਹੜੇ ਕਿ ਲਾਈਨਸ ਦੁਆਰਾ ਕਨੈਕਟ ਹੁੰਦੇ ਆ। ਉਹ ਪੁਆਇੰਟਸ ਲਾਈਨਸ ਦੁਆਰਾ ਅਸੀਂ ਕਨੈਕਟ ਕਰ ਦਿੰਦੇ ਹਾਂ। ਦ ਪੁਆਇੰਟਸ ਆਫ ਗ੍ਰਾਫ ਆਰ ਕਾਲਡ ਵਰਟਿਸਸ। ਜਿਹੜੇ ਪੁਆਇੰਟਸ ਹੁੰਦੇ ਗ੍ਰਾਫ ਦੇ ਉਹਨਾਂ ਨੂੰ ਅਸੀਂ ਵਰਟਿਸਸ ਜਾਂ ਨੋਡਸ ਕਹਿੰਦੇ ਹਾਂ। ਲਾਈਨਸ ਕਨੈਕਟਿੰਗ ਦ ਵਰਟਿਸਸ ਆਫ ਗ੍ਰਾਫ ਆਰ ਕਾਲਡ ਐਜਸ ਐਂਡ ਆਰਕਸ। ਉਹਨਾਂ ਨੂੰ ਜਿਹੜੀ ਲਾਈਨਸ ਹੁੰਦੇ ਉਹਨਾਂ ਨੂੰ ਐਜਸ ਬੋਲਦੇ ਨੇ, ਆਰਕਸ ਬੋਲ ਦਿੰਦੇ ਆ। ਦ ਨੋਡ ਔਰ ਵਰਟਿਸਸ ਐਟ ਡੂ ਨਾਟ ਹੈਵ ਏ ਲਿੰਕ ਵਿਦ ਅਦਰ ਨੋਡ ਇਜ਼ ਕਾਲਡ ਇਸੋਲੇਟਡ ਨੋਡ। ਉਹ ਵਾਲੇ ਵਰਟਿਸਸ ਪੁਆਇੰਟ ਨੋਡ ਜਿਨ੍ਹਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਹੀ ਨਹੀਂ ਹੁੰਦਾ ਹੈਗਾ, ਉਹਨਾਂ ਨੋਡਸ ਨੂੰ ਅਸੀਂ ਆਈਸੋਲੇਟਡ ਨੋਡ ਕਹਿੰਦੇ ਆ। ਇਹ ਪਾਥ ਕੀ ਹੁੰਦਾ, ਪਾਥ ਹੁੰਦਾ ਗ੍ਰਾਫ ਦੇ ਵਿੱਚ ਚੇਨ ਆਫ ਵਰਟਿਸਸ ਪੁਆਇੰਟਸ ਦੀ ਚੇਨ ਜਿਹੜੇ ਆਪਸ ਦੇ ਵਿੱਚ ਇੱਕ ਸੀਕੁਐਂਸ ਦੇ ਵਿੱਚ ਕਨੈਕਟ ਹੁੰਦੇ ਆ। ਸਾਈਕਲ ਕੀ ਹੁੰਦਾ, ਸਾਈਕਲ ਇਜ਼ ਏ ਪਾਥ ਵੇਅਰ ਸਟਾਰਟਿੰਗ ਐਂਡ ਐਂਡਿੰਗ ਨੋਡ ਇਜ਼ ਆਇਡੈਂਟੀਕਲ। ਸਾਈਕਲ ਉਹ ਹੁੰਦਾ ਜਿੱਥੇ ਸਟਾਰਟਿੰਗ ਤੇ ਐਂਡਿੰਗ ਪੁਆਇੰਟ ਇੱਕੋ ਹੀ ਹੁੰਦਾ, ਜਿਹਦਾ ਸਟਾਰਟਿੰਗ ਤੇ ਐਂਡਿੰਗ ਪੁਆਇੰਟ ਇੱਕ ਹੋਵੇ ਉਸ ਪਾਥ ਨੂੰ ਕੀ ਬੋਲਦੇ ਆ, ਸਾਈਕਲ ਪਾਥ ਬੋਲਦੇ ਆ। ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਵਿੱਚ ਕੀ ਦਿਖਾ ਰਿਹਾ ਉਹ कि system resource allocation graph is analytical to that is used to describe the deadlocks. We can say that it is a tool that is used to verify whether or not a system is in a deadlock or ਡੈਡਲੌਕ ਸਟੇਟ। ਇਹ ਇੱਕ ਟੂਲ ਹੀ ਇੱਦਾਂ ਦਾ ਜਿਹੜਾ ਵੈਰੀਫਾਈ ਕਰਦਾ ਕਿ ਜਿਹੜਾ ਸਿਸਟਮ ਆ ਡੈਡਲੌਕ ਸਟੇਟ ਵਿੱਚ ਹੈ ਕਿ ਨਹੀਂ ਹੈ। ਉਹਦੇ ਥਰੂ ਅਸੀਂ ਕੀ ਕਰਦੇ ਹਾਂ, ਵੈਰੀਫਾਈ ਕਰਦੇ ਹਾਂ। ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਵਿੱਚ ਕੀ ਹੁੰਦੇ, ਸੈੱਟ ਆਫ ਵਰਟਿਸਸ ਜਿਹਨਾਂ ਨੂੰ ਅਸੀਂ B ਨਾਲ ਡਿਨੋਟ ਕਰਦੇ ਹਾਂ ਉਹ ਹੁੰਦੇ ਆ, ਤੇ ਸੈੱਟ ਆਫ ਐਜਸ ਜਿਹਨਾਂ ਨੂੰ ਅਸੀਂ E ਨਾਲ ਡਿਨੋਟ ਕਰਦੇ ਹਾਂ। ਦ ਵਰਟਿਸਸ ਆਰ ਯੂਜ਼ ਟੂ ਰੀਪ੍ਰਜੈਂਟ ਦ ਸੈੱਟ ਆਫ ਪ੍ਰੋਸੈਸਸ P। ਜਿਹੜੇ ਵਰਟਿਸਸ ਨੇ ਪੁਆਇੰਟ ਨੇ ਉਹ ਪ੍ਰੋਸੈਸਸ ਨੂੰ ਰੀਪ੍ਰਜੈਂਟ ਕਰਨ ਲਈ ਯੂਜ਼ ਕੀਤੇ ਜਾਂਦੇ ਆ। ਜਿਹੜੇ ਐਜਸ ਨੇ ਉਹ ਰਿਸੋਰਸਸ ਨੂੰ ਜਿਹੜੇ ਸੈੱਟ ਆਫ ਵਰਟਿਸਸ ਨੇ ਉਹ ਸੈੱਟ ਆਫ ਪ੍ਰੋਸੈਸਸ P ਤੇ ਸੈੱਟ ਆਫ ਰਿਸੋਰਸਸ R ਦੋਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਯੂਜ਼ ਕੀਤੇ ਜਾਂਦੇ ਆ। ਦੇਰ ਆਰ ਟੂ ਟਾਈਪਸ ਆਫ ਐਜਸ, ਦੋ ਤਰ੍ਹਾਂ ਦੇ ਐਜਸ ਹੁੰਦੇ ਐਲੋਕੇਸ਼ਨ ਗ੍ਰਾਫ ਦੇ ਵਿੱਚ। ਇੱਕ ਤਾਂ ਰਿਕੁਐਸਟ ਐਜ ਹੁੰਦਾ, ਇੱਕ ਅਸਾਈਨਮੈਂਟ ਐਜ ਹੁੰਦਾ। ਦਿਸ ਐਜ ਇੰਡੀਕੇਟ ਦਾ ਰਿਕੁਐਸਟ ਆਫ ਏ ਪ੍ਰੋਸੈਸ ਫॉर ਅਕਵਾਇਰਿੰਗ ਏ ਪਰਟੀਕੂਲਰ ਰਿਸੋਰਸ। ਇਹਦੇ ਵਿੱਚ ਜਦੋਂ ਕੋਈ ਪ੍ਰੋਸੈਸ ਰਿਕੁਐਸਟ ਕਰਦੀ ਹੈ ਕਿਸੇ ਰਿਸੋਰਸ ਨੂੰ ਅਕਵਾਇਰ ਕਰਨ ਵਾਸਤੇ ਤਾਂ ਰਿਕੁਐਸਟ ਐਜ ਬਣਦਾ, ਜਿਵੇਂ ਕਿ PI ਰਿਸੋਰਸ RJ ਲਈ ਰਿਕੁਐਸਟ ਕਰ ਰਹੀ ਹੈ, ਡਿਨੋਟ ਹੋਊਗਾ PI ਐਰੋ ਕਰ ਦਾਂਗੇ ਇਸ ਤਰੀਕੇ ਨਾਲ। PI ਕੀ ਕਰ ਰਹੀ ਹੈ, ਰਿਕੁਐਸਟ ਕਰ ਰਹੀ ਹੈ RJ ਨਾਮ ਦੇ ਰਿਸੋਰਸ ਨੂੰ, ਠੀਕ ਹੈ ਜੀ। ਇੱਥੇ ਅਸਾਈਨਮੈਂਟ ਜਦੋਂ ਅਸਾਈਨ ਹੋ ਚੁੱਕਿਆ ਹੁੰਦਾ, ਪਹਿਲਾਂ ਉਹ ਰਿਕੁਐਸਟ ਕਰਦੀ ਹੈ, ਜੇ ਉਹ ਰਿਸੋਰਸ ਉਸ ਪ੍ਰੋਸੈਸ ਨੂੰ ਅਸਾਈਨਮੈਂਟ ਹੋ ਜਾਂਦਾ ਤਾਂ ਉੱਥੇ ਜਿਹੜੀ ਐਜ ਬਣਦੀ ਉਹਨੂੰ ਕੀ ਬੋਲਦੇ ਹਾਂ ਅਸੀਂ, ਅਸਾਈਨਮੈਂਟ ਐਜ। ਦਿਸ ਐਜ ਇੰਡੀਕੇਟ ਦਾ ਐਲੋਕੇਸ਼ਨ ਆਫ ਰਿਸੋਰਸ ਟੂ ਏ ਪਰਟੀਕੂਲਰ ਪ੍ਰੋਸੈਸ। ਐਗਜ਼ਾਮਪਲ ਦੇ ਥਰੂ ਦਿਖਾਇਆ ਹੈ ਇਹਨਾਂ ਨੇ, ਜਿਵੇਂ ਕਿ ਉਹ ਕਹਿੰਦੇ ਆ ਡਾਇਰੈਕਟਡ ਐਜਸ ਨੇ ਮੇਰੇ ਕੋਲੇ ਫਰੋਮ ਰਿਸੋਰਸ ਟਾਈਪ RJ ਟੂ ਦਾ ਪ੍ਰੋਸੈਸ PI ਇਸ ਡਿਨੋਟਡ ਬਾਈ RJ ਕਿਹਨੂੰ ਡਿਨੋਟ ਹੋ ਰਹੀ ਆ, PI ਨੂੰ ਹੋ ਰਹੀ ਆ। RJ ਜਿਹੜੀ ਰਿਸੋਰਸ ਆ ਉਹ PI ਨੂੰ ਜਾ ਰਹੀ ਹੈ। ਇਟ ਸਿਗਨੀਫਾਈਜ਼ ਦੈਟ ਇੰਸਟਾਂਸ ਆਫ ਰਿਸੋਰਸ ਟਾਈਪ RJ, ਜਿਹੜਾ RJ ਦਾ ਇੰਸਟਾਂਸ, ਦੇਖੋ ਕੱਲ੍ਹ ਆਪਾਂ ਕੀਤਾ ਸੀ ਕੱਲ੍ਹ ਵਾਲੀ ਵੀਡੀਓ ਵਿੱਚ ਕਿ ਇੰਸਟਾਂਸ ਕੀ ਹੁੰਦੇ, ਛੋਟੇ ਛੋਟੇ ਪਾਰਟ ਵੀ ਹੋ ਸਕਦੇ ਆ, ਪੂਰੇ ਰਿਸੋਰਸ ਨਹੀਂ ਹੋ ਸਕਦਾ, ਰਿਸੋਰਸਿਸ ਦੇ ਪਾਰਟ ਵੀ ਹੋ ਸਕਦੇ। ਜਿਵੇਂ CPU ਦੇ ਅੱਗੇ ਇੱਕ ਸਿਸਟਮ ਦੇ 2 CPU ਆ ਤਾਂ ਸਿਸਟਮ ਦੇ 2 ਮਤਲਬ ਇੰਸਟਾਂਸ ਹੋ ਗਏ। CPU 2 ਨਹੀਂ, ਅਲੱਗ-ਅਲੱਗ ਹਰੇਕ ਕੋਈ ਅਲੱਗ-ਅਲੱਗ ਯੂਜ਼ ਕਰ ਸਕਦਾ, 2 ਇੰਸਟਾਂਸ ਹੋ ਗਏ। ਤਾਂ ਹਰੇਕ ਰਿਸੋਰਸ ਦੇ 2 ਇੰਸਟਾਂਸ ਵੀ ਅੱਗੇ ਹੋ ਸਕਦੇ, 3 ਵੀ ਹੋ ਸਕਦੇ, ਡਿਫਰੈਂਟ ਹੋ ਸਕਦੇ ਆ। ਇਟ ਸਿਗਨੀਫਾਈਜ਼ ਦੈਟ ਇੰਸਟਾਂਸ ਆਫ ਰਿਸੋਰਸ ਟਾਈਪ RJ has been allocated to process PI ਨੂੰ ਦਿੱਤਾ ਜਾ ਰਿਹਾ, ਇੱਕ ਕੋਈ ਇੰਸਟਾਂਸ ਦਿੱਤਾ ਜਾ ਰਿਹਾ। shows the resource allocation graph that involve figure 5.3 ਦੇ ਵਿੱਚ ਦੇਖਦੇ ਹਾਂ। ਇਹਦੇ ਵਿੱਚ 3 ਪ੍ਰੋਸੈਸਸ ਆ P1 P2 P3
ठीक है। 4 सोर्सिस R1 R2 R3 आ सैट बनया है इन्हां दा। रिक्वेस्ट एज आ ने PI RJ नूं रिक्वेस्ट कर रही है, P2 प्रोसैस R3 रिसोर्स लई कर रही है असाइनमेंट, R1 जिहड़ा P2 नूं असाइन किया जा चुकिया है, ठीक है। जो R2 आ P असाइनमेंट एजिज उल्ट बनदियां ने, सोर्स पहला आएगा जो एलोकेट होया जिस किसी प्रोसैस में, R2 P1 नूं हो गया, R2 P2 नूं होया है, R3 सोर्स P3 नूं एलोकेट होया होएगा। अगे है सोर्स दे इंस्टांसिस किहड़े ने, 1 इंस्टांस ऑफ सोर्स टाइप R दा भी है, 2 इंस्टांस R2 दे आ, 1 इंस्टांस R3 सोर्स दा, 3 इंस्टांस R4 सोर्स दे ने। प्रोसैस स्टेट्स किहड़ियां ने, जिहड़ी P1 आ वो होल्ड कर रखी, ਉਹਨੇ होल्ड किया हैगा R2 ਦਾ इंस्टांस, एक इंस्टांस किया हैगा एंड इज वेटिंग फॉर इंस्टांस ऑफ R1 ਦੇ एक इंस्टांस ਲਈ वेट करी ਜਾਂਦੀ ਆ। P2 ਜਿਹੜਾ ਉਹ होल्ड करी बैठी है एक इंस्टांस R1 ਦਾ, R2 ਦਾ भी एक इंस्टांस करी बैठी है बट वेट करी ਜਾਂਦੀ है इंस्टांस ऑफ R3 ਦੇ, P3 रिसोर्स R3 ਦੇ रिसोर्स इंस्टांस ਲਈ वेट करी ਜਾਂਦੀ है। ਜਿਹੜੀ P3 अपनी हैगी आ प्रोसैस आ वो होल्ड करी बैठी है एक इंस्टांस किहड़ी दा, R3 रिसोर्स दा। देखो डिफरेंट दिखाई है किन्ने किन्ने इंस्टांस ने। वेरियस प्रोसैसेस P1 P2 आर रिक्वेस्टिंग रिप्रेजेंटेड एज ए सर्कल एंड ईच सोर्स टाइप R1 R2 R3 एज ए स्केयर। प्रोसैसेस ने उन्होंने सर्कल द्वारा डिनोट करांगे असीं, जिहड़े रिसोर्सिस ने उन्होंने स्केयर द्वारा डिनोट करांगे। ਹੁਣ देखते हैं ये देखो ग्राफ किवें बनाया है, इन्होंने ग्राफ में किवें रिप्रजेंट किया, उही ग्राफ जो पहला असी उन्होंने पॉइंट डिफाइन किए ग्राफ द्वारा। देखो आ की है R1 R2 तो R3 वगैरह तक की है रिसोर्सिस ने, ठीक है। R4 हम देखो इंस्टांस भी दसे थे कि R1 का एक इंस्टांस होगा, R3 का एक इंस्टांस होगा, तो R2 के 2 इंस्टांस है ने, R4 के 4 इंस्टांस है। बाकी ये भी दिखाया है कि P1 ने R1 का इंस्टांस यूज़ किया है, ठीक है, ठीक है नहीं सॉरी R3 R2 का इंस्टांस की यूज़ किया है। P1 ने R2 का इंस्टांस का वो यूज़ कर रही है, वेट किहदे वास्ते कर रही है, R1 के इंस्टांस लिए। R1 का जो इंस्टांस था वो P2 में एलोकेट किया है। देखो इतने आ एजिज बनिया हुई ने, ये तो है असाइनमेंट एजिज, जी एजिज ने जिद रिक्वेस्ट कर रहे हैं, ये कि ने रिक्वेस्टिंग एजिज, जोड़े मतलब इंस्टांस दिते हुए वो भी जी स्टेटमेंट उन्होंने ही ग्राफ फॉलो करता है बनाया गया है, जिद डिफरेंट प्रोसैसेस ने, डिफरेंट की आ रिसोर्सिस ने। तो ये की करते हैं आप कि जे वो कहते डिटेक्टिंग डेडलॉक, हम आप डेडलॉक देखना कि डेडलॉक अक्कर हो रहा है कि नहीं, रिसोर्सिस ये वेरीफाई करांगे असीं इस ग्राफ के विच। वो कहते जी इफ ए रिसोर्स एलोकेशन ग्राफ डस नॉट कंटेन साइकिल दैन नो प्रोसैस इज डेडलॉक। ये साइकिल जे बनता हुंदा फिर ये डेडलॉक दे विच हुंदा। देखो साइकिल का किते भी नहीं बन रहा, साइकिल नहीं बन रहा है। आ देखो R4 के जिन्ने इंस्टांस आ फ्री पे आ, ठीक है, तो साइकिल नहीं बन रहा है, जो बनूगा तो उत्थे ही डेडलॉक हो। इफ फिर सोर्स एलोकेशन ग्राफ कंटेन ए साइकिल दैन डेडलॉक मे और मे नॉट एग्जिस्ट, डिपेंड करता ग्राफ साइकिल होवे पर डेडलॉक आ भी सकता नहीं भी आ सकता। दिस डिपेंड अपॉन नंबर ऑफ इंस्टांस ऑफ ईच रिसोर्स टाइप इन द सिस्टम। ये इत्थे सिस्टम के रिसोर्सिस आ उन्होंने इंस्टांस के उपर डिपेंड करता। इफ ईच रिसोर्स टाइप हैज़ एग्जैक्टली 1 इंस्टांस दैन साइकिल इंडिकेट दैट सिस्टम इज इन डेडलॉक इन स्टेट। जे किसी रिसोर्सिस को एको इंस्टांस आ साइकिल बन रहा फिर डेडलॉक के हो सकता, पर बहुत सारे इंस्टांसिस ने रिसोर्सिस साइकिल बन रहा फिर डेडलॉक नहीं आएगा। इफ साइकिल इनवॉल्व ओनली अ सैट ऑफ रिसोर्सिस टाइप ऑन ईच ऑफ विच हैज़ ओनली 1 सिंगल इंस्टांस दैन देयर एग्जिस्ट डेडलॉक इन द सिस्टम। जे साइकिल के रिसोर्सिस टाइप बहुत ने पर उन्होंने सारे सिंगल इंस्टांस आ फिर मतलब डेडलॉक की कंडीशन आ सकती सी। इन सच ए केस जो साइकिल होंगे ग्राफ का बहुत ही नैसेसरी एंड सफिशेंट कंडीशन फॉर द एग्जिस्टेंस ऑफ डेडलॉक। कंसीडर एन एग्जाम्पल जिवें हुण आपां जिहड़ी 5.3 फिगर उपर करी आ उहदे विच जिहड़ी P3 रिक्वेस्ट कर रही है इंस्टांस ऑफ R2 एज नो रिसोर्स इंस्टांस इज करंटली अवेलेबल। R2 का कोई भी रिसोर्स इंस्टांस अवेलेबल नहीं है, तो जिहड़ी रिक्वेस्ट एज बनती है P3 R2 इज एडेड टू द ग्राफ एज शोन इन फिगर 5.4 विच असीं की कर दांगे इहनूं ऐड कर दांगे। तो ये मतलब अलग अलग सिचुएशन के हिसाब साइकिल असी क्रिएट करांगे। नैक्सट स्टूडेंट एक कल वाली वीडियो में नैक्सट आप डिफाइन करते हैं इस ग्राफ नू प्रॉपरली। सो तुसी अज आप जो डिस्कस किया कि किहड़े साइकिल ग्राफ की होंदा किहड़े कंपोनेंट्स होंदे आ। सो जो नैक्सट जो वीडियो में करांगे नैक्सट इनू मतलब कि ग्राफ नू अगे डिस्कस करते हैं। थैंक यू सो मच फॉर वॉचिंग माई वीडियो।